चलो ਅੱਜ ਆਪਾਂ ਸਟਾਰਟ ਕਰਦੇ ਹਾਂ ਹਿਊਮਨ ਈਅਰ। ਹਿਊਮਨ ਈਅਰ ਜੀ ਉਹ ਕੀ ਹੈ, ਜਿਵੇਂ ਆਈ ਆਪਾਂ ਨੇ ਕੀਤਾ ਸੀਗਾ, ਆਈ ਕੀ ਸੀਗਾ, ਫੋਟੋ ਰਿਸੈਪਟਰ, ਠੀਕ ਹੈ। ਉਹ ਲਾਈਟ ਸਿਗਨਲ ਨੂੰ ਰਿਸੀਵ ਕਰਦਾ ਹੈ, ਇਲੈਕਟ੍ਰੀਕਲ ਸਿਗਨਲ ਚ ਕਨਵਰਟ ਕਰਦਾ ਹੈ ਔਰ ਬ੍ਰੇਨ ਤੱਕ ਸੈਂਡ ਕਰਦਾ ਹੈ, ਠੀਕ ਹੈ। ਫਿਰ ਜਿਹੜੇ ਈਅਰਸ ਨੇ, ਈਅਰ ਦੇ ਅੰਦਰ ਅਸੀਂ ਕੀ ਪੜਾਂਗੇ, ਕਿਆ ਨਹੀਂ, ਫੋਨੋ ਰਿਸੈਪਟਰਸ। ਫੋਨੋ ਮਤਲਬ ਸਾਊਂਡ, ਸਾਊਂਡ ਨੂੰ ਰਿਸੀਵ ਕੀਤਾ ਜਾਊਗਾ, ਇਲੈਕਟ੍ਰੀਕਲ ਸਿਗਨਲ ਚ ਕਨਵਰਟ, ਫਿਰ ਬ੍ਰੇਨ ਤੱਕ ਸੈਂਡ। ਹਰ ਸਿਗਨਲ ਨੂੰ ਇਲੈਕਟ੍ਰੀਕਲ ਫਾਰਮ 'ਚ ਕਨਵਰਟ ਕੀਤਾ ਜਾਂਦਾ, ਤਾਂ ਹੀ ਬ੍ਰੇਨ ਉਸ ਚੀਜ਼ ਨੂੰ ਇੰਟਰਪਟ ਕਰ ਪਾਊਗਾ, ਠੀਕ ਹੈ। ਹਿਊਮਨ ਈਅਰ ਨੂੰ ਸਟਾਰਟਿੰਗ ਦੇ ਵਿੱਚ ਉਹਨਾਂ ਨੇ ਦੱਸਿਆ 3 ਪਾਰਟਸ 'ਚ ਡਿਵਾਈਡ ਕੀਤਾ ਗਿਆ। ਉਹ 3 ਪਾਰਟਸ 'ਚੋਂ ਸਭ ਤੋਂ ਪਹਿਲਾ ਪਾਰਟ ਆਪਾਂ ਸਮਝਾਂਗੇ ਐਕਸਟਰਨਲ ਈਅਰ, ਠੀਕ ਹੈ। ਐਕਸਟਰਨਲ ਈਅਰ ਪਹਿਲਾਂ ਥੋੜਾ ਜਿਹਾ ਸੁਣ ਲੈਂਦੇ ਹਾਂ, ਫਿਰ ਬੁੱਕ 'ਚੋਂ ਰੀਡਿੰਗ ਕਰਾਂਗੇ। ਐਕਸਟਰਨਲ ਈਅਰ ਕੀ ਚੀਜ਼ ਹੈ? ਐਕਸਟਰਨਲ ਈਅਰ ਜਿਹੜਾ ਆਪਾਂ ਬਾਹਰੋਂ ਦੀ ਟੱਚ ਕਰਕੇ ਦੇਖ ਪਾ ਰਹੇ ਹਾਂ, ਉਹ ਐਕਸਟਰਨਲ ਈਅਰ ਹੈ, ਜਿਹਨੂੰ ਆਪਾਂ ਪਿਨਾ ਬੋਲਦੇ ਹਾਂ। ਇਹਦਾ ਛੋਟਾ ਜਿਹਾ ਫੰਕਸ਼ਨ ਹੈ, ਇਹਦਾ ਛੋਟਾ ਜਿਹਾ ਫੰਕਸ਼ਨ ਕੀ ਹੈਗਾ ਵੀ ਆਡੀਬਲ ਸਾਊਂਡ ਸਿਗਨਲ ਨੂੰ ਰਿਸੀਵ ਕਰਨਾ। ਆਡੀਬਲ ਸਾਊਂਡ ਸਿਗਨਲ ਕਿਹੜਾ ਹੈ ਹਿਊਮਨਸ ਦੇ ਲਈ? ਉਹ ਹੈਗਾ 20 ਹਰਟਜ਼ ਤੋਂ ਲੈ ਕੇ 20,000 ਹਰਟਜ਼ ਤੱਕ। ਸਿਰਫ ਇਸ ਫ੍ਰੀਕੁਐਂਸੀ ਰੇਂਜ ਨੂੰ ਅਸੀਂ ਸੁਣ ਸਕਦੇ ਹਾਂ। ਇਸ ਤੋਂ ਉੱਪਰ ਤੇ ਇਸ ਤੋਂ ਨੀਚੇ ਵਾਲੀ ਫ੍ਰੀਕੁਐਂਸੀ ਰੇਂਜ ਸਵੈਮ ਇੱਧਰ ਦੇਖ ਨੋਨ ਆਡੀਬਲ ਹੈ। 20 ਤੋਂ ਨੀਚੇ ਵਾਲੇ ਨੂੰ ਇਨਫਰਾਸੋਨਿਕ ਕਹਿੰਦੇ ਆ, 20,000 ਤੋਂ ਉੱਪਰ ਵਾਲੇ ਨੂੰ ਅਲਟਰਾਸੋਨਿਕ ਕਹਿੰਦੇ ਆ, ਠੀਕ ਹੈ। ਹਿਊਮਨ ਈਅਰਸ ਸਿਰਫ ਇਸ ਫ੍ਰੀਕੁਐਂਸੀ ਦੀ ਰੇਂਜ 'ਚ ਜਿਹੜੀਆਂ ਆਪਣੇ ਆਸੇ-ਪਾਸੇ ਵੇਵਸ ਹੈਗੀਆਂ ਨੇ, ਸਿਰਫ ਉਹਨੂੰ ਰਿਸੀਵ ਕਰਨਗੇ, ਬਾਕੀਆਂ ਨੂੰ ਨਹੀਂ ਸੁਣਨਗੇ, ਬਾਕੀਆਂ ਇਗਨੋਰ ਹੋ ਜਾਣਗੀਆਂ। ਆ ਗਿਆ ਸਮਝ? ਫਿਰ ਆਪਾਂ ਹੁਣ ਬੁੱਕ 'ਚੋਂ ਐਕਸਟਰਨਲ ਈਅਰ ਦੇ ਬਾਰੇ ਪੜ੍ਹਨਾ ਸ਼ੁਰੂ ਕਰਦੇ ਹਾਂ। ਚਲੋ ਦੇਖੋ, ਐਕਸਟਰਨਲ ਪਿਨਾ, ਆਡਿਟਰੀ ਕੈਨਾਲ ਤੇ ਟ੍ਰੰਪੈਨਮ। ਯਾਨੀ ਕਿ ਐਕਸਟਰਨਲ ਈਅਰ 3 ਚੀਜ਼ਾਂ ਨੂੰ ਮਿਲ ਕੇ ਬਣਦਾ ਹੈ। ਇੱਕ ਤਾਂ ਜਿਹੜਾ ਆਪਾਂ ਬਾਹਰੋਂ ਦੀ ਦੇਖ ਪਾ ਰਹੇ ਹਾਂ, ਠੀਕ ਹੈ, ਇੱਕ ਤਾਂ ਇਹ ਪਾਰਟ ਹੈ। ਫਿਰ ਉਸ ਤੋਂ ਬਾਅਦ ਉਹ ਕਹਿੰਦਾ, ਜਿਵੇਂ ਮੈਂ ਥੋੜੀ ਜਿਹੀ ਬਣਾਉਣ ਦੀ ਅਗਰ ਕੁਛ, ਇਹ ਬਾਹਰ ਵਾਲਾ ਪਾਰਟ ਹੋ ਗਿਆ। ਫਿਰ ਉਹ ਕਹਿ ਰਿਹਾ ਇੱਕ ਐਵੇਂ ਕੈਨਾਲ ਹੈ, ਇਹ ਐਵੇਂ ਕੈਨਾਲ ਹੋਏਗਾ ਇੱਕ, ਜਿਹਨੂੰ ਆਪਾਂ ਨਾਮ ਦੇਵਾਂਗੇ ਆਡਿਟਰੀ ਕੈਨਾਲ। ਫਿਰ ਜਿੱਥੇ ਆਡਿਟਰੀ ਕੈਨਾਲ ਖਤਮ ਹੋਏਗਾ ਉੱਥੇ ਇੱਕ ਐਵੇਂ ਡਰਮ ਲੱਗਿਆ ਹੋਇਆ, ਜਿਸ ਨੂੰ ਆਪਾਂ ਟ੍ਰੰਪੈਨਮ ਜਾਂ ਈਅਰ ਡਰਮ ਕਹਿੰਦੇ ਆ, ਠੀਕ ਹੈ। ਇਹ ਪੜ੍ਹਨਾ ਆਪਾਂ। 3 ਪਾਰਟ ਯਾਦ ਹੋ ਗਏ ਤੁਹਾਨੂੰ। ਸਭ ਤੋਂ ਪਹਿਲੇ ਵਾਲਾ ਪਾਰਟ ਕੀ ਹੈ? ਪਿਨਾ, ਜਿਸ ਨੇ ਆਡੀਬਲ ਸਿਗਨਲ ਨੂੰ ਰਿਸੀਵ ਕਰਨਾ। ਫਿਰ ਉਸ ਤੋਂ ਬਾਅਦ ਆਡਿਟਰੀ ਕੈਨਾਲ, ਜਿੱਥੋਂ ਸਾਊਂਡ ਵੇਵ ਅੱਗੇ ਤੱਕ ਜਾਏਗੀ। ਫਿਰ ਆਡਿਟਰੀ ਕੈਨਾਲ ਜਿੱਥੇ ਐਂਡ ਹੋ ਜਾਏਗੀ, ਉੱਥੇ ਸ਼ੁਰੂ ਹੋ ਜਾਏਗਾ ਈਅਰ ਡਰਮ, ਜਿਹਨੂੰ ਈਅਰ ਡਰਮ ਨੂੰ ਆਪਾਂ ਸਾਇੰਟੀਫਿਕਲੀ ਟ੍ਰੰਪੈਨਮ ਬੋਲਦੇ ਆ। ਯਾਦ ਹੋ ਗਿਆ ਸਾਰਾ? ਚਲੋ ਹੁਣ ਰੀਡਿੰਗ ਸ਼ੁਰੂ ਕਰੋ। देखो, external pinna, it is the oval skin covered flap that project from the side of the head. It collect the sound wave, direct these waves to the external auditory canal. ਤਾਂ ਇਹਦਾ ਕੰਮ ਤੁਹਾਨੂੰ ਸਮਝ ਆ ਗਿਆ। ਇਹਨੇ ਸਿਰਫ ਆਡਿਟਰੀ ਸਿਗਨਲ ਨੂੰ ਰਿਸੀਵ ਕਰਕੇ ਈਅਰ ਦੇ ਅੰਦਰ ਆਡਿਟਰੀ ਕੈਨਾਲ ਤੱਕ ਸੈਂਡ ਹੀ ਕਰਨਾ ਹੈ, ਬਸ। ਇਹਦਾ ਹੋਰ ਕੋਈ ਕੰਮ ਨਹੀਂ ਹੈ ਐਕਸਟਰਨਲ ਈਅਰ ਦਾ। ਅੱਗੇ ਪੜੋ, ਆਡਿਟਰੀ ਕੈਨਾਲ ਕੀ ਹੈ? ਆਡਿਟਰੀ ਕੈਨਾਲ 'ਚ ਪਹਿਲੀ ਲਾਈਨ ਦੇ ਅੰਦਰ ਹੀ ਲਿਖਿਆ ਹੋਇਆ ਹੈ, ਇਟ ਇਜ਼ ਐਸ ਸ਼ੇਪ। ਐਸ ਸ਼ੇਪ ਕਿਉਂ ਦਿੱਤੀ ਗਈ ਹੈ? ਤਾਂ ਕਿ ਕੋਈ ਸ਼ਾਰਪ ਆਬਜੈਕਟ ਡਾਇਰੈਕਟ ਈਅਰ ਡਰਮ ਨੂੰ ਹਿੱਟ ਨਾ ਕਰ ਪਾਏ। ਜਿਵੇਂ ਕੋਈ ਪੈਨਸਿਲ ਆਪਾਂ ਈਅਰ 'ਚ ਲਗਾਤੀ, ਉਹ ਪੈਨਸਿਲ ਸ਼ਾਰਪ ਆਬਜੈਕਟ ਹੈ, ਉਹ ਸ਼ਾਰਪ ਆਬਜੈਕਟ ਈਅਰ ਡਰਮ ਨੂੰ ਡੈਮੇਜ ਨਾ ਕਰਦੇ, ਇਸ ਲਈ ਆਡਿਟਰੀ ਕੈਨਾਲ ਦੀ ਜਿਹੜੀ ਸ਼ੇਪ ਹੈ ਉਹ ਐਸ ਸ਼ੇਪ ਹੈ, ਥੋੜੀ ਕਰਵ ਹੈ, ਜਿਹਨੂੰ ਓਬਲੀਕ ਬੋਲਦੇ ਆ। ਆ ਗਿਆ ਸਮਝ? ਪੜੋ ਹੁਣ। The oblique passage prevent the hard object hitting the tympanum cavity. In the beginning of a canal, present hair act as a strainer. Strainer ਦਾ ਮਤਲਬ ਕੀ ਹੁੰਦਾ ਹੈ? Strainer ਦਾ ਮਤਲਬ ਹੁੰਦਾ ਹੈ ਡਸਟ ਪਾਰਟੀਕਲ ਔਰ ਬੈਕਟੀਰੀਆ ਨੂੰ ਉੱਥੇ ਹੀ ਅਟਕਾ ਕੇ ਰੱਖ ਲੈਣਾ। ਹੇਅਰ ਪਾਰਟੀਕਲਸ ਨੇ ਜਿਹੜੇ, ਬਹੁਤ ਛੋਟੇ ਛੋਟੇ ਹੇਅਰ ਪਾਰਟੀਕਲਸ ਨੇ ਜਿਹੜੇ ਡਸਟ ਔਰ ਬੈਕਟੀਰੀਆ ਨੂੰ ਉੱਥੇ ਰੋਕ ਲੈਂਦੇ ਨੇ। They do not allow, ਆ ਦੇਖੋ ਲਿਖਿਆ ਹੈ, they do not allow dust and other foreign particles enter into the ear. क्या नहीं समझ आ गया? Internal lining are also present. ਫਿਰ ਇਹਦੀ internal lining 'ਚ ਅਸੀਂ ਦੇਖਦੇ ਹਾਂ wax gland ਨੇ। wax gland ਨਾਮ ਤੋਂ ਹੀ ਸਮਝ ਆ ਰਿਹਾ, wax secrete ਕਰਨਗੇ। wax ਦਾ ਕੀ ਕੰਮ ਹੈ? wax ਦੇ 2 ਕੰਮ ਨੇ। ਇੱਕ ਤਾਂ ਜਿਹੜਾ ਕੀ ਕਹਿੰਦੇ ਈਅਰ ਡਰਮ ਆਪਾਂ ਸਮਝਣਾ, ਈਅਰ ਡਰਮ ਨੂੰ ਲੁਬਰੀਕੇਟ ਕਰਨਾ। ਲੁਬਰੀਕੇਟ ਰਹੇਗਾ ਤਾਂ ਉਹਦੀ ਮੂਵਮੈਂਟ ਸਮੂਥ ਰਹਿਣਗੀਆਂ। दूसरा, अगर कोई डस्ट पार्टिकल नो हेयर पार्टिकल रिमूव नहीं कर पा रहे
ਤਾਂ ਉਹ ਵੈਕਸ ਦੇ ਨਾਲ ਸਟਿਕ ਹੋ ਜਾਣਗੇ। ਇੰਟਰਨਲ ਈਅਰ ਔਰ ਮਿਡਲ ਈਅਰ ਤੱਕ ਡਸਟ ਨਹੀਂ ਪਹੁੰਚ ਪਾਏਗੀ। ਕਿਹਦੇ ਕਾਰਨ? ਵੈਕਸ ਆਪਣੇ ਕੋਲ ਸਟੋਰ ਕਰਕੇ ਰੱਖ ਲੇਗਾ, ਆਪਣੇ ਨਾਲ ਅਟੈਚ ਕਰ ਲੂਗਾ। External auditory canal combination the hair and wax prevent the entry of dust into the ear. ਚਲੋ ਹੁਣ ਆਪਾਂ ਨੈਕਸਟ ਇਹਨੂੰ ਥੋੜਾ ਧਿਆਨ ਨਾਲ ਸਮਝਣਾ। ਫੀਸ ਲੈ ਲਓ। ਮਿਡਲ ਈਅਰ ਦੇਖ, ਈਅਰ ਦੀ ਤਿੰਨੋਂ ਕੈਟੇਗਰੀ ਚੋਂ ਮਿਡਲ ਈਅਰ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। ਕੁਐਸਚਨ ਵੀ ਇਹਦੇ ਚੋਂ ਹੀ ਆਉਂਦੇ ਨੇ। ਐਕਸਟਰਨਲ ਈਅਰ 'ਚ ਕੁਝ ਖਾਸ ਨਹੀਂ ਹੈ, ਉਹਨੇ ਸਿਰਫ ਕਲੈਕਟ ਕਰਕੇ ਅੱਗੇ ਭੇਜ ਕੇ ਈਅਰ ਡਰਮ ਨੂੰ ਵਾਈਬ੍ਰੇਟ ਹੀ ਕਰਵਾਉਣਾ ਹੈ। ਮਿਡਲ ਈਅਰ ਨੂੰ ਥੋੜਾ ਧਿਆਨ ਨਾਲ ਸਮਝਣਾ, ਨਹੀਂ ਸਮਝ ਆਏਗਾ 2 ਵਾਰ ਕਰਾ ਦਾਂਗਾ। ਕਹਿਣੀ ਫੋਨ ਛੱਡ ਦੇ। ਦੇਖੋ, it is an air filled irregular space called tympanic cavity। ठीक है, मिडल ईयर एक मान लो भी एक होलो स्पेस है, उस होलो स्पेस ਦੇ ਅੰਦਰ 에ਅਰ ਫਿਲ ਕੀਤੀ ਹੋਈ ਹੈ, 에ਅਰ ਫਿਲਡ ਕੈਵਿਟੀ, ਜਿਹਦਾ ਨਾਮ ਕੀ ਹੈ? ਟ੍ਰੰਪੈਨਿਕ ਕੈਵਿਟੀ। ਕਲੀਅਰ ਹੋ ਗਿਆ ਉਰੇ ਤੱਕ? ਅੱਗੇ ਦੇਖੋ, ਮਿਡਲ ਈਅਰ ਮਤਲਬ ਉਸਕੇ ਬਾਅਦ ਹੈ। ਹਾਂ, ਜਿਹੜਾ ਕੀ ਕਹਿੰਦੇ ਆਡਿਟਰੀ, ਪਹਿਲਾਂ ਤੁਸੀਂ ਦੇਖਿਆ ਸੀ ਨਾ, ਇੱਧਰ ਮੈਂ ਬਣਾਇਆ ਸੀ ਐਕਸਟਰਨਲ ਈਅਰ ਆਇਆ ਸੀ, ਫਿਰ ਆਡਿਟਰੀ ਕੈਨਾਲ ਆ ਗਿਆ ਸੀ, ਆਡਿਟਰੀ ਕੈਨਾਲ ਤੋਂ ਬਾਅਦ ਈਅਰ ਡਰਮ ਆ ਗਿਆ ਸੀ, ਈਅਰ ਡਰਮ ਤੋਂ ਬਾਅਦ ਮਿਡਲ ਈਅਰ ਸ਼ੁਰੂ ਹੋ ਗਿਆ। ਕਹਿੰਦਾ ਸ਼ੁਰੂਆਤ ਦੇ ਅੰਦਰ ਹੀ ਤੁਸੀਂ ਕੀ ਦੇਖੋਗੇ? ਇੱਕ 에ਅਰ ਕੈਵਿਟੀ ਦੇਖੋਗੇ। ਉਸ ਕੈਵਿਟੀ ਦਾ ਨਾਮ ਟ੍ਰੰਪੈਨਮ ਕੈਵਿਟੀ ਹੈ, ਟ੍ਰੰਪੈਨਿਕ ਕੈਵਿਟੀ। ਨੈਕਸਟ, ਇਟ ਇਜ਼ almost airtight cavity except it open into the pharynx through the Ascian tube। राहुल उधर स्वयं नाल बैठ ਜਾਂ ਜੀਓ ਨਾਲ ਬੈਠ। ਦੇਖੋ, ਇਹ ਜਿਹੜੀ ਕੈਵਿਟੀ ਹੈ ਟ੍ਰੰਪੈਨਿਕ ਕੈਵਿਟੀ, ਟ੍ਰੰਪੈਨਿਕ ਕੈਵਿਟੀ 에ਅਰ ਟਾਈਟ ਕੈਵਿਟੀ ਹੈ। ਇਹ ਟ੍ਰੰਪੈਨਿਕ ਕੈਵਿਟੀ ਕਹਿੰਦਾ ਫੈਰਿੰਗਸ 'ਚ ਜਾ ਕੇ ਓਪਨ ਹੋ ਜਾਂਦੀ ਹੈ। ਠੀਕ ਹੈ, ਦੇਖੋ, it act as a ventilator to equalize the pressure of air on both the sides of the tympanic membrane। ਹੁਣ ਜਰਾ ਇਹਨੂੰ ਧਿਆਨ ਨਾਲ ਸਮਝਣਾ, ਮੇਰੇ ਕੋਲ ਡਾਇਗਰਾਮ ਬਣਨੀ ਨਹੀਂ ਹੈ, ਸਮਝਣ ਦੀ ਕੋਸ਼ਿਸ਼ ਕਰ ਲੈਣਾ ਬਸ। ਇਹ ਦੇਖੋ, ਇਹ ਡਰਮ ਹੈ, ਈਅਰ ਡਰਮ। ਇਹਦੀ ਇਸ ਸਾਈਡ ਤੇ ਮਿਡਲ ਈਅਰ ਹੋ ਗਿਆ, ਇਸ ਸਾਈਡ ਤੋਂ ਆਡਿਟਰੀ ਕੈਨਾਲ ਆਈ ਹੈ। ਇਹ ਕੈਵਿਟੀ ਹੈ, ਮਿਡਲ ਈਅਰ ਇੱਕ ਹੋਲੋ ਕੈਵਿਟੀ ਹੈ ਜਿਹਦੇ ਵਿੱਚ 에ਅਰ ਫਿਲ ਕੀਤੀ ਹੋਈ ਹੈ। ਕਹਿੰਦਾ ਇਹ ਕੈਵਿਟੀ ਜਾ ਕੇ ਓਪਨ ਹੋਏਗੀ ਫੈਰਿੰਗਸ ਦੇ ਅੰਦਰ। ਫੈਰਿੰਗਸ ਦੇ ਅੰਦਰ ਓਪਨ ਹੁੰਦੀ ਆ ਇੱਕ ਟਿਊਬ ਦੀ ਮਦਦ ਦੇ ਨਾਲ, ਜਿਹਦਾ ਟਿਊਬ ਦਾ ਨਾਮ ਐਸ਼ੀਅਨ ਟਿਊਬ ਹੈ। ਠੀਕ ਹੈ, ਕਹਿੰਦਾ ਇਹ ਟਿਊਬ ਓਪਨ ਫੈਰਿੰਗਸ ਜਾ ਕੇ ਕਿਉਂ ਹੋਈ ਹੈ, ਕੀ ਕਾਰਨ ਹੈ? ਤਾਂ ਕਿ ਦੇਖੋ, ਇਧਰੋਂ ਦੀ ਤਾਂ ਕੰਨ ਦੇ ਇਧਰੋਂ ਦੀ ਹਵਾ ਜਾ ਸਕਦੀ ਹੈ ਨਾ, ਈਅਰ ਇਧਰੋਂ ਦੀ ਓਪਨ ਹੈ ਨਾ, ਇਧਰੋਂ ਦੀ 에ਅਰ ਤਾਂ ਅੰਦਰ ਜਾ ਸਕਦੀ ਹੈ ਨਾ, ਚਾਹੇ ਐਸ ਹੋਏ ਚਾਹੇ ਐਲ ਹੋਏ, ਜਿਹੜੀ ਮਰਜ਼ੀ ਸ਼ੇਪ ਦਾ ਹੋਏ। ਸ਼ਾਰਪ ਆਬਜੈਕਟ ਨਹੀਂ ਜਾ ਸਕਦਾ, ਲੇਕਿਨ ਹਵਾ ਤਾਂ ਜਾ ਸਕਦੀ ਹੈ ਨਾ। ਇਧਰੋਂ ਦੀ ਹਵਾ ਇਧਰੋਂ ਪ੍ਰੈਸ਼ਰ ਪਾ ਰਹੀ ਹੈ, ਤੇ ਇਧਰੋਂ ਗਲੇ ਦੇ ਅੰਦਰੋਂ ਪ੍ਰੈਸ਼ਰ ਪੈ ਰਿਹਾ। ਜਿਹੜਾ ਫੈਰਿੰਗਸ ਹੈ ਨਾ, ਉਹ ਇੱਧਰ ਗਲੇ ਤੇ, ਇੱਥੋਂ ਗਲੇ ਵੱਲੋਂ ਹਵਾ ਦਾ ਪ੍ਰੈਸ਼ਰ ਜਾ ਰਿਹਾ, ਇੱਥੋਂ ਬਾਹਰੋਂ ਐਟਮੋਸਫੇਅਰ ਤੋਂ ਪ੍ਰੈਸ਼ਰ ਜਾ ਰਿਹਾ। ਦੋਨੋਂ ਤਰਫ ਤੋਂ 에ਅਰ ਦਾ ਪ੍ਰੈਸ਼ਰ ਇਸ ਮੈਂਬਰੇਨ ਨੂੰ ਇਕੁਅਲਾਈਜ਼ ਕਰ ਦੇਗਾ। ਠੀਕ ਹੈ, ਇਕੁਅਲ ਪ੍ਰੈਸ਼ਰ ਹੋਣਾ ਚਾਹੀਦਾ ਦੋਨੋਂ ਪਾਸਿਓਂ ਦੀ। ਇਸ ਕਰਕੇ ਇਹ ਇਸ ਸਾਈਡ ਤੋਂ ਗਲੇ 'ਚ ਜਾ ਕੇ ਓਪਨ ਹੋ ਜਾਂਦੀ ਹੈ ਪਾਈਪ। ਕਲੀਅਰ ਹੋ ਗਿਆ? ਇਹਦਾ ਕੋਈ ਹੋਰ ਕਾਰਨ ਨਹੀਂ ਹੈ। ਅੱਗੇ ਪੜ੍ਹਦੇ ਹਾਂ। ਦੇਖੋ, ਇਟ ਐਕਟ ਐਜ਼ ਅ ਵੈਂਟੀਲੇਟਰ। ਅੱਗੇ ਫਟਣਾ ਚਾਹੀਦਾ। ਹਾਂ, ਦੇਖੋ ਪਤਾ ਕੀ ਹੈ, ਦੇਖੋ ਅਗਰ ਬਾਹਰੋਂ ਦੀ ਹਵਾ ਦਾ ਪ੍ਰੈਸ਼ਰ ਜ਼ਿਆਦਾ ਪਏਗਾ, ਈਅਰ ਡਰਮ ਉਧਰ ਵੱਲ ਪੁਸ਼ ਹੋ ਜਾਏਗਾ। ਉਧਰ ਵੱਲ ਪੁਸ਼ ਹੋ ਗਿਆ ਤਾਂ ਹੋ ਸਕਦਾ ਵਾਈਬ੍ਰੇਸ਼ਨ ਅੱਛੀ ਤਰ੍ਹਾਂ ਨਾ ਕਰ ਪਾਏ। ਤਾਂ ਇਧਰੋਂ ਦੀ ਵੀ ਹਵਾ ਦਾ ਪ੍ਰੈਸ਼ਰ ਆਇਆ, ਇਧਰੋਂ ਦੀ ਵੀ ਹਵਾ ਦਾ ਪ੍ਰੈਸ਼ਰ ਆਇਆ, ਦੋਨੋਂ ਤਰਫ ਤੋਂ ਸੇਮ ਪ੍ਰੈਸ਼ਰ ਹੋਣ ਦੇ ਕਾਰਨ ਇਹ ਕਿਸੇ ਵੀ ਸਾਈਡ ਵੱਲ ਪੁਸ਼ ਨਹੀਂ ਹੋਏਗਾ, ਰੁਕਿਆ ਰਹੇਗਾ, ਸਿਰਫ ਸਾਊਂਡ ਵੇਵਸ ਦੀ ਮਦਦ ਦੇ ਨਾਲ ਹੀ ਵਾਈਬ੍ਰੇਟ ਕਰੇਗਾ। ਇਹਨੂੰ ਕਹਿੰਦੇ ਨੇ ਟੂ ਮੇਨਟੇਨ, ਨਹੀਂ ਕੀ ਲਿਖਿਆ ਇਹਨਾਂ ਨੇ ਵਰਡ, ਟੂ ਇਕੁਅਲਾਈਜ਼ ਦਾ ਪ੍ਰੈਸ਼ਰ ਔਨ ਦਾ ਬੋਥ ਸਾਈਡਸ ਆਫ ਦਾ ਮੈਂਬਰੇਨ। ਸਰ, ਕਮ ਐਟਮੋਸਫੇਰਿਕ ਪ੍ਰੈਸ਼ਰ ਉਹ ਬਾਅਦ ਚ ਸਮਝਾਂਗੇ। ਐਟਮੋਸਫੇਰਿਕ ਪ੍ਰੈਸ਼ਰ ਦੀ ਗੱਲ ਨਹੀਂ ਕਰ ਰਹੇ ਅਸੀਂ, 에ਅਰ ਦੀ ਗੱਲ ਕਰ ਰਹੇ ਹਾਂ। ਅੱਗੇ ਸੁਣ। Inner boundary of the middle ear is formed by a thin bone that bear two apertures covered by the membrane। स्वयं ਇਹਨੂੰ ਧਿਆਨ ਨਾਲ ਸਮਝੀ। ਮਿਡਲ ਈਅਰ ਦੀ ਜਿਹੜੀ ਅੰਦਰ ਵਾਲੀ ਮੈਂਬਰੇਨ ਹੈ, ਉਹ ਦੋ ਬੋਨਸ ਦੇ ਨਾਲ ਮਿਲ ਕੇ ਬਣੀ ਹੈ। ਦੇਖੋ, inner boundary of the middle ear is formed by a thin bone। ਗਲਤੀ ਨਾਲ ਦੋ ਬੋਨਸ ਬੋਲਤੀਆਂ, ਇੱਕ ਬੋਨ ਹੈ, ਉਹਦੇ ਦੋ ਅਪਰਚਰ ਨੇ। ਇਹ ਦੇਖੋ, ਐਵੇਂ ਇੱਕ ਬੋਨ ਹੋਗੀ, ਉਹਦੇ ਐਵੇਂ
ਮੰਨ ਲਓ ਵੀ ਐਵੇਂ ਦੋ ਪੁਆਇੰਟਿੰਗ ਐਂਡਸ ਨੇ, ਠੀਕ ਹੈ। ਇੱਕ ਬਹੁਤ ਹੀ ਪਤਲੀ ਜੀ ਬੋਨ ਹੈ ਜਿਹਦੇ ਦੋ ਅਪਰਚਰ ਨੇ, ਅਪਰਚਰ ਮਤਲਬ ਉਹਦੇ ਦੋ ਬਾਹਰ ਆਊਟਵਰਡਸ ਫੇਸਿੰਗ ਨੇ, ਜਿਨ੍ਹਾਂ ਨੂੰ ਇੱਕ ਮੈਂਬਰੇਨ ਦੇ ਨਾਲ ਕਵਰ ਕੀਤਾ ਗਿਆ। ਦੁਬਾਰਾ ਪੜ੍ਹ ਦੇਣਾ ਹੁਣ, ਇੱਕ ਯਾਦ ਕਰ ਲਓ। ਜੋ ਮਿਡਲ ਈਅਰ ਦੀ ਇਨਰ ਬਾਉਂਡਰੀ ਹੈ ਉਹ ਇੱਕ ਬਹੁਤ ਹੀ ਥਿਨ ਬੋਨ ਦੇ ਨਾਲ ਬਣੀ ਹੋਈ ਹੈ। ਉਸ ਥਿਨ ਬੋਨ ਦੇ ਦੋ ਅਪਰਚਰ ਨੇ, ਉਹਨਾਂ ਦੋਨੋਂ ਅਪਰਚਰਸ ਨੂੰ ਇੱਕ ਮੈਂਬਰੇਨ ਦੇ ਨਾਲ ਕਵਰ ਕੀਤਾ ਗਿਆ। ਅੱਗੇ ਪੜੋ। The upper aperture is called oval window, fenestra ovalis। oval window याद करना है तुसी, ठीक है। ਉਹਦੇ ਦੋ ਅਪਰਚਰ ਨੇ ਨਾ, ਉੱਪਰ ਵਾਲੇ ਅਪਰਚਰ ਨੂੰ oval window ਬੋਲਦੇ ਆ, ਨੀਚੇ ਵਾਲੇ ਅਪਰਚਰ ਨੂੰ ਰਾਉਂਡ ਵਿੰਡੋ ਬੋਲਦੇ ਆ, ਠੀਕ ਹੈ। ਅੱਗੇ ਇਹ ਪੈਰਾ ਪੂਰਾ ਕਲੀਅਰ ਹੈ। ਰਾਹੁਲ ਇੱਕ ਵਾਰ ਦੁਬਾਰਾ ਸਮਝ ਲੈ। ਅਗਰ ਤੁਸੀਂ ਮਿਡਲ ਈਅਰ ਨੂੰ ਦੇਖਦੇ ਹੋ, ਮਿਡਲ ਈਅਰ ਇੱਕ ਹੋਲੋ ਕੈਵਿਟੀ ਹੈ ਜਿਹਦੇ ਅੰਦਰ 에ਅਰ ਫਿਲ ਕੀਤੀ ਹੋਈ ਹੈ। ਉਹ 에ਅਰ ਆਈ ਕਿੱਧਰੋਂ ਦੀ? ਉਹ 에ਅਰ ਫੈਰਿੰਗਸ ਤੋਂ ਆਈ ਹੈ। ਫੈਰਿੰਗਸ ਯਾਨੀ ਕਿ ਗਲੇ ਤੋਂ ਆਈ ਹੈ। ਉਹ ਗਲੇ 'ਚ ਜਾ ਕੇ ਓਪਨ ਕਿਵੇਂ ਹੋਈ? ਐਸ਼ੀਅਨ ਟਿਊਬ ਦੀ ਮਦਦ ਦੇ ਨਾਲ ਓਪਨ ਹੋਈ ਹੈ। ਈਅਰ ਤੋਂ ਐਸ਼ੀਅਨ ਟਿਊਬ ਨੇ ਕਨੈਕਟ ਕੀਤਾ ਫੈਰਿੰਗਸ ਨੂੰ। ਕੀਤਾ ਕਿਉਂ ਹੈ ਕਨੈਕਟ? ਤਾਂ ਕਿ ਈਅਰ ਡਰਮ ਦੇ ਦੋਨੋਂ ਸਾਈਡ ਤੇ 에ਅਰ ਪ੍ਰੈਸ਼ਰ ਨੂੰ ਇਕੁਅਲਾਈਜ਼ ਕੀਤਾ ਜਾ ਸਕੇ। ਐਸ਼ੀਅਨ ਟਿਊਬ ਇੱਕ ਐਸੀ ਟਿਊਬ ਹੈ ਜੋ ਮਿਡਲ ਈਅਰ ਨੂੰ ਫੈਰਿੰਗਸ ਨਾਲ ਕਨੈਕਟ ਕਰਾਏਗੀ। ਫੈਰਿੰਗਸ ਨਾਲ ਕਿਉਂ ਕਨੈਕਟ ਕਰਵਾਣਾ? ਤਾਂ ਕਿ 에ਅਰ ਦਾ ਪ੍ਰੈਸ਼ਰ ਮੈਂਬਰੇਨ ਦੇ ਦੋਨੋਂ ਪਾਸੇ ਇਕੁਅਲਾਈਜ਼ ਕਰ ਦਿੱਤਾ ਜਾਏ। ਆ ਗਿਆ ਉਰੇ ਤੱਕ ਸਮਝ? ਫਿਰ ਉਹਨਾਂ ਨੇ ਦੱਸਿਆ ਮਿਡਲ ਈਅਰ ਜੋ ਹੈ ਉਹ ਇੱਕ ਬਹੁਤ ਹੀ ਪਤਲੀ ਜੀ ਬੋਨ ਦੇ ਨਾਲ ਬਣਿਆ ਹੋਇਆ ਹੈ ਜਿਸ ਦੇ ਦੋ ਅਪਰਚਰਸ ਨੇ। ਆ ਗਿਆ ਸਮਝ? ਉਹਦਾ ਜਿਹੜਾ ਅਪਰ ਅਪਰਚਰ ਹੈ ਉਹਨੂੰ ਅਸੀਂ ਓਵਲ ਵਿੰਡੋ ਬੋਲਦੇ ਹਾਂ ਔਰ ਉਹਦਾ ਲੋਅਰ ਅਪਰਚਰ ਹੈ ਉਹਨੂੰ ਰਾਉਂਡ ਵਿੰਡੋ ਬੋਲਦੇ ਹਾਂ। ਦੋਨੋਂ ਅਪਰਚਰਸ ਇੱਕ ਮੈਂਬਰੇਨ ਦੇ ਨਾਲ ਕਵਰਡ ਨੇ। ਆ ਗਿਆ ਸਮਝ ਉਰੇ ਤੱਕ? ਅੱਗੇ ਸ਼ੁਰੂ ਕਰੋ। ਬਹੁਤ ਹੀ ਇੰਪੋਰਟੈਂਟ ਅਗਲਾ ਪੈਰਾਗ੍ਰਾਫ ਹੈ। ਰਨਿੰਗ ਅक्रॉस द मिडल ईयर फ्रॉम द ट्रम्पेनम टू ओवल विंडो। ओवल विंडो पता है ना? ऊपर, हाँ, अपर अपर्चर। मोर देन और लेस मोबाइल चेन्स ऑफ 3 स्मॉल कॉल्ड ईयर ऑसिकल्स। ਹੁਣ ਤੁਸੀਂ ਅਪਰ ਅਪਰਚਰ ਤੋਂ ਜਿਵੇਂ ਹੀ ਅੱਗੇ ਜਾਓਗੇ ਉਹ ਕਹਿੰਦਾ ਤੁਹਾਨੂੰ 3 ਛੋਟੀ ਬੋਨਸ ਮਿਲਣਗੀਆਂ। ਤੁਹਾਡੀ ਬਾਡੀ ਦੀ ਸਭ ਤੋਂ ਛੋਟੀਆਂ ਬੋਨਸ ਜਿਹੜੀਆਂ ਪ੍ਰੈਜ਼ੈਂਟ ਨੇ ਉਹ ਈਅਰ ਦੇ ਅੰਦਰ ਪ੍ਰੈਜ਼ੈਂਟ ਨੇ, ਠੀਕ ਹੈ। ਉਹਨਾਂ ਨੂੰ ਬੋਨਸ ਦੀ ਬਜਾਏ ਬੋਲਿਆ ਜਾਂਦਾ ਹੈ ਈਅਰ ਓਸਿਕਲਸ, ਠੀਕ ਹੈ। ਹੈਮਰ, ਐਨਵਿਲ, ਸਟਿਰਪ ਇਹ ਉਹਨਾਂ ਦੀਆਂ ਸ਼ੇਪਸ ਨੇ। ਨਾਮ ਲਰਨ ਕਰੋ। ਈਅਰ ਓਸਿਕਲਸ ਆਰ ਮੈਲਸ, ਇਨਕਸ ਐਂਡ ਸਟੇਪਸ। और ਹੁਣ ਅੱਗੇ ਦੇਖੋ। ਮੈਲਸ is a hammer shaped attached with the trumpanum. Incus is anvil shaped whereas stapes is the smallest bone in the human body। ਤਿੰਨੋਂ ਨਹੀਂ ਹੈਗੀਆਂ, ਮੈਂ ਹੁਣੇ ਬੋਲਿਆ ਸੀ ਨਾ ਤਿੰਨੋਂ ਸਭ ਤੋਂ ਛੋਟੀ ਨੇ। ਬੁੱਕ ਕਹਿ ਰਹੀ ਹੈ ਜਿਹੜੀ ਸਭ ਤੋਂ ਆਖਰੀ ਵਾਲੀ ਹੈ ਜਿਹਦਾ ਨਾਮ ਸਟੇਪਸ ਹੈ ਉਹ ਹਿਊਮਨ ਬੋਡੀ ਦੀ ਸਭ ਤੋਂ ਛੋਟੀ ਬੋਨ ਹੈ। ਇਟ ਇਜ਼ ਅਟੈਚ ਵਿਦ ਦ ਮੈਂਬਰੇਨ ਓਵਲ ਵਿੰਡੋ। ਰਾਹੁਲ ਕਲੀਅਰ ਹੈ? ਟਰੰਪੈਨਮ ਤਾਂ ਇਹ ਮੈਂਬਰੇਨ ਹੈ, ਠੀਕ ਹੈ। ਕਹਿੰਦਾ ਟਰੰਪੈਨਮ ਤੋਂ ਬਾਅਦ ਜਿਹੜਾ ਮਿਡਲ ਈਅਰ ਆਇਆ, ਮਿਡਲ ਈਅਰ ਦੇ ਵਿੱਚ ਕੀ ਸੀਗਾ? ਬਹੁਤ ਪਤਲੀ ਜੀ ਬੋਨ ਸੀਗੀ। ਉਸ ਬਹੁਤ ਪਤਲੀ ਜੀ ਬੋਨਸ ਦੀਆਂ ਦੋ ਅਪਰਚਰ ਸੀਗੇ। ਦੋ ਅਪਰਚਰ ਦੇ ਵਿੱਚੋਂ ਉੱਪਰ ਵਾਲੇ ਅਪਰਚਰ ਦਾ ਨਾਮ ਓਵਲ ਵਿੰਡੋ ਹੈ। ਕਹਿੰਦਾ ਓਵਲ ਵਿੰਡੋ ਤੋਂ ਥੋੜਾ ਜਿਹਾ ਅੱਗੇ ਜਾਓਗੇ ਤੁਹਾਨੂੰ 3 ਓਸਿਕਲਸ ਮਿਲਣਗੀਆਂ, 3 ਬੋਨਸ। 3 ਬੋਨਸ ਨੇ ਜਿਹੜੀਆਂ ਉਹਨਾਂ ਦੇ ਵਿੱਚੋਂ ਉਹਨਾਂ ਦੇ 3 ਨਾਮ ਕੀ ਨੇ? ਮੈਲਸ, ਇਨਕਸ ਐਂਡ ਸਟੇਪਸ। ਉਹਨਾਂ ਦੇ ਵਿੱਚੋਂ ਜੋ ਆਖਰੀ ਵਾਲੀ ਬੋਨ ਹੈ ਸਟੇਪਸ, ਉਹ ਹਿਊਮਨ ਬਾਡੀ ਦੀ ਸਭ ਤੋਂ ਛੋਟੀ ਬੋਨ ਹੈ। ਆ ਗਿਆ ਸਮਝ? 3 ear ossicles form a leverage system. They transmit and amplify the sound from the external to the। ਦੇਖੋ ਕੀ ਹੋਇਆ, ਜਿਵੇਂ ਤੁਸੀਂ ਸਾਊਂਡ ਸਿਗਨਲ ਗੁੰਜਨ ਰਿਸੀਵ ਕੀਤਾ ਸੀ ਤਾਂ ਉਹ ਟਰੰਪੈਨਮ ਦੇ ਕੋਲ ਆਇਆ ਸੀ। ਈਅਰ ਕੀ ਬੋਲਿਆ ਸੀ ਨੂੰ? ਈਅਰ ਡਰਮ ਵਾਈਬ੍ਰੇਟ ਹੋਣ ਲੱਗ ਗਿਆ ਸੀ, ਹੈ ਨਾ। ਕਿਉਂ ਵਾਈਬ੍ਰੇਟ ਹੋਇਆ? ਸਾਊਂਡ ਸਿਗਨਲ ਰਿਸੀਵ ਕੀਤਾ ਤਾਂ ਹੀ ਇਹ ਵਾਈਬ੍ਰੇਟ ਹੋ ਰਿਹਾ। ਕਹਿੰਦਾ ਇਹਦੀ ਵਾਈਬ੍ਰੇਸ਼ਨ ਤੋਂ ਜਸਟ ਬਾਅਦ ਹੀ ਕੀ ਹੋਏਗਾ? ਉਹ 3 ਹੱਡੀਆਂ ਨੇ ਜਿਹੜੀਆਂ ਜਿਨ੍ਹਾਂ ਨੂੰ ਈਅਰ ਓਸਿਕਲਸ ਬੋਲਿਆ, ਉਹ ਤਿੰਨੋਂ ਵਾਈਬ੍ਰੇਟ ਹੋਣ ਲੱਗ ਜਾਣਗੀਆਂ। ਉਹਨਾਂ ਨੂੰ ਕਿਉਂ ਵਾਈਬ੍ਰੇਟ ਕਰਵਾਇਆ? ਕਹਿੰਦਾ ਉਹਨਾਂ ਦੀ ਵਾਈਬ੍ਰੇਸ਼ਨ ਨਾਲ ਆਡਿਟਰੀ ਸਿਗਨਲ ਇੰਪਰੂਵ ਹੋ ਜਾਏਗਾ, ਐਂਪਲੀਫਾਈ ਹੋ ਜਾਏਗਾ।
ਜਿੰਨਾ ਸਿਗਨਲ ਇਹਨੇ ਰਿਸੀਵ ਕੀਤਾ, ਮੰਨ ਲਓ ਇਸਨੇ ਇਹ ਸਿਗਨਲ ਰਿਸੀਵ ਕੀਤਾ ਹੈ, ਤਾਂ ਜਦੋਂ 3 ਔਸੀਕਲਸ ਵਾਈਬ੍ਰੇਟ ਕਰਨਗੀਆਂ ਇਸ ਸਿਗਨਲ ਤੋਂ ਇਹ ਵਾਲੇ ਸਿਗਨਲ ਚ ਕਨਵਰਟ ਹੋ ਜਾਏਗਾ। ਥੋੜਾ ਜਿਹਾ ਸਿਗਨਲ ਐਂਪਲੀਫਾਈ ਕਰ ਦਿੱਤਾ ਜਾਂਦਾ ਹੈ, ਇਹਨੂੰ ਬੋਲਦੇ ਨੇ ਲੈਵਰੇਜ ਸਿਸਟਮ। ਉਸੇ ਸਿਗਨਲ ਨੂੰ ਇੰਪਰੂਵ ਕਰਤਾ 3 ਬੋਨਸ ਨੇ ਆਪਣੇ ਆਪ ਨੂੰ ਵਾਈਬ੍ਰੇਟ ਕਰਵਾ ਕੇ। क्योंकि ऐसा चलो लास्ट देखो इनर ईयर, देख जियो, इट इज रिप्रेजेंटेड बाय द इरेगुलर वेरी डेलिकेट स्ट्रक्चर कॉल्ड द ਮੈਂਬਰੇਨੀਅਸ ਲਿਬਰਿੰਥ। ਉਹਦੇ ਅੰਦਰ ਤੁਸੀਂ ਕੀ ਦੇਖਿਆ ਸੀ, ਉਹਦਾ ਕਹਿਣੀ ਧਿਆਨ ਨਾਲ ਸਮਝ। ਮਿਡਲ ਈਅਰ ਦੇ ਅੰਦਰ ਇੱਕ ਬਹੁਤ ਹੀ ਥਿਨ ਬੋਨ ਸੀਗੀ, ਠੀਕ ਹੈ। ਇਹਦੇ ਅੰਦਰ ਕੀ ਕਹਿ ਰਹੇ ਨੇ, ਬੋਨ ਵਰਗੀ ਕੋਈ ਚੀਜ਼ ਨਹੀਂ ਹੈ, ਇੱਕ ਬਹੁਤ ਹੀ ਡੈਲੀਕੇਟ ਸਟਰਕਚਰ ਹੈ ਜਿਹਦਾ ਨਾਮ ਮੈਂਬਰੇਨੀਅਸ ਲੈਬਰਿੰਥ ਹੈ। ਉਹਨੂੰ 3 ਪਾਰਟਸ 'ਚ ਡਿਵਾਈਡ ਕੀਤਾ ਹੋਇਆ ਹੈ, ਸੈਮੀ ਸਰਕੂਲਰ ਕੈਨਾਲਸ, ਵੈਸਟੀਬਿਊਲ ਤੇ ਕੋਕਲੀਆ, ਠੀਕ ਹੈ। ਪਹਿਲਾਂ ਸੈਮੀ ਸਰਕੂਲਰ ਕੈਨਾਲਸ ਪੜ੍ਹਦੇ ਆ, ਜਿਹੜੇ ਆ ਗ੍ਰੀਨ ਕਲਰ ਵਾਲੀ ਤੁਸੀਂ ਡਾਇਗਰਾਮ ਦੇਖ ਪਾ ਰਹੇ ਹੋ, ਠੀਕ ਹੈ। ਇਹ 3 ਸੈਮੀ ਸਰਕੂਲਰ ਕੈਨਾਲਸ ਨੇ, 2 ਤਾਂ ਤੁਸੀਂ ਦੇਖੋ ਵਰਟੀਕਲ ਨੇ, ਉੱਪਰ ਵੱਲ ਨੇ, ਔਰ ਇੱਕ ਹੌਰੀਜ਼ੌਂਟਲ ਹੈ। ਚਲੋ ਹੁਣ ਰੀਡਿੰਗ ਧਿਆਨ ਨਾਲ ਕਰੀ। These are 3 arced semicircular canals present in the 3 mutually perpendicular planes। ਤਰੁਣ ਡਾਇਗਰਾਮ ਦੇਖ, 2 ਨੇ ਜਿਹੜੇ ਉਹ ਵਰਟੀਕਲ ਨੇ ਔਰ ਇੱਕ ਹੌਰੀਜ਼ੌਂਟਲ ਹੈ, ਤਿੰਨੋਂ ਇੱਕ ਦੂਜੇ ਨਾਲ ਪਰਪੈਂਡੀਕੂਲਰ ਪਲੇਨਸ 'ਚ ਅਟੈਚ ਨੇ। 2 of 3 canals are vertical called the anterior and posterior vertical semicircular canals. One is horizontal semicircular canal. All the 3 semicircular canal open into utriculus. Utriculus अगले पेज पे पढ़ांगे। समझ नहीं आया, मैं समझाया नहीं हाले कुछ, ਇਹਦੇ 'ਚ ਤਾਂ ਮੈਂ ਸਿਰਫ ਦੱਸਿਆ ਹੀ ਹੈ ਵੀ ਇਸ ਪਾਰਟ ਦੇ ਅੰਦਰ ਕੀ ਹੈ। ਇਸ ਪਾਰਟ ਦੇ ਅੰਦਰ 3 ਸੈਮੀ ਸਰਕੂਲਰ ਕੈਨਾਲਸ ਨੇ, ਉਹਨਾਂ ਦੇ ਵਿੱਚ 2 ਵਰਟੀਕਲ ਨੇ ਔਰ ਇੱਕ ਹੌਰੀਜ਼ੌਂਟਲ ਹੈ। ਇਹ ਤਿੰਨੋਂ ਦੇ ਤਿੰਨੋਂ ਯੂਟ੍ਰੀਕੁਲਸ 'ਚ ਜਾ ਕੇ ਓਪਨ ਹੋਣਗੇ। ਯੂਟ੍ਰੀਕੁਲਸ ਕੀ ਆ ਅਗਲੇ ਪੇਜ ਤੇ ਸਮਝਾਂਗੇ, ਉਹ ਵੈਸਟੀਬਿਊਲ ਦਾ ਪਾਰਟ ਹੈ ਨਾ। ਜਦੋਂ ਵੈਸਟੀਬਿਊਲ ਸਮਝਾਂਗੇ ਤਾਂ ਯੂਟ੍ਰੀਕੁਲਸ ਵੀ ਆ ਜਾਏਗਾ ਸਮਝ, ਠੀਕ ਹੈ। ਅੱਗੇ ਪੜੋ। One end of the each semicircular canal is swollen forming ampulla। semicircular canal ਦਾ ਹਰ ਇੱਕ ਐਂਡ ਦੇ ਉੱਪਰ ਇੱਕ swollen part ਹੈ, ਫੁੱਲਿਆ ਹੋਇਆ ਇੱਕ ਪਾਰਟ ਹੈ, ਜਿਸ ਨੂੰ ਨਾਮ ਦਿੱਤਾ ਉਹਨਾਂ ਨੇ ਐਂਪੂਲਾ। ਸਿਰਫ ਹਾਲੇ ਪਾਰਟਸ ਦੇ ਬਾਰੇ ਦੱਸਿਆ, ਹੋਰ ਕੁਝ ਨਹੀਂ ਹੈ। ਅਗਲੇ ਪੇਜ ਤੇ ਆ ਜਾਓ, ਤੈਨੂੰ ਕਲੀਅਰ ਹੈ ਸਾਰਾ। ਇਹਦੇ ਅੰਦਰ 3 ਸੈਮੀ ਸਰਕੂਲਰ ਕੈਨਾਲਸ ਨੇ, 3 ਸੈਮੀ ਸਰਕੂਲਰ ਕੈਨਾਲਸ ਤਿੰਨੋਂ ਦੇ ਤਿੰਨੋਂ ਇੱਕ ਦੂਜੇ ਨਾਲ ਪਰਪੈਂਡੀਕੂਲਰ ਨੇ, ਉਹਨਾਂ ਦੇ ਵਿੱਚੋਂ 2 ਵਰਟੀਕਲ ਨੇ, ਇੱਕ ਹੌਰੀਜ਼ੌਂਟਲ। ਤਿੰਨੋਂ ਯੂਟ੍ਰੀਕੁਲਸ 'ਚ ਜਾ ਕੇ ਓਪਨ ਹੁੰਦੇ ਨੇ। ਯੂਟ੍ਰੀਕੁਲਸ ਕੀ ਹੈ, ਵੈਸਟੀਬਿਊਲ ਦਾ ਪਾਰਟ ਹੈ। एक कनाल मतलब हॉलो ਕੈਨਾਲ ਹਾਂ ਹੋਲੋ ਨੇ, ਐਵੇਂ ਇਹ 2 ਐਵੇਂ ਨੇ ਔਰ ਇੱਕ ਐਵੇਂ ਹੈ, ਠੀਕ ਹੈ। ਚਲੋ ਅਗਲੇ ਪੇਜ ਤੇ ਆਓ। ਈਚ ਐਂਪੂਲਾ ਇਜ਼ ਪ੍ਰੈਜ਼ੈਂਟ। ਐਂਪੂਲਾ ਪਤਾ ਹੈ ਨਾ, ਹਰ ਸੈਮੀ ਸਰਕੂਲਰ ਕੈਨਾਲ ਦੇ ਉੱਪਰ ਇੱਕ ਸਵੈਲੋਨ ਪਾਰਟ ਹੈ ਜਿਹਦਾ ਨਾਮ ਐਂਪੂਲਾ ਹੈ। ਹੁਣ ਦੇਖੋ, ਇਨ ਈਚ ਐਂਪੂਲਾ देयर इज अ प्रेजेंट सेंसरी स्पॉट नोन एज क्रिस्टा, ठीक है। ਸੈਮੀ ਸਰਕੂਲਰ ਕੈਨਾਲਸ ਹੁਣ ਦੇਖ ਲਓ ਹੈਲਪ ਕੀ ਕਰਦੇ ਨੇ। ਸੈਮੀ ਸਰਕੂਲਰ ਕੈਨਾਲਸ ਕ੍ਰਿਸਟੇ ਹੈਲਪ ਇਨ ਦਾ ਡਾਇਨਾਮਿਕ ਇਕੁਇਲਿਬ੍ਰੀਅਮ, ਡਾਇਨਾਮਿਕ ਬੈਲੈਂਸ ਵਾਈਲ ਦਾ ਬੋਡੀ ਇਜ਼ ਇਨ ਮੋਸ਼ਨ। ਜਦੋਂ ਵੀ ਬੋਡੀ ਮੋਸ਼ਨ 'ਚ ਹੁੰਦੀ ਹੈ ਉਦੋਂ ਬੈਲੈਂਸ ਮੇਨਟੇਨ ਕਰਨ 'ਚ ਇਹ ਸੈਮੀ ਸਰਕੂਲਰ ਕੈਨਾਲਸ ਹੈਲਪ ਕਰਦੇ ਨੇ, ਠੀਕ ਹੈ। ਜਦੋਂ ਤੂੰ ਵਾਕ ਕਰ ਰਿਹਾ, ਰਨਿੰਗ ਕਰ ਰਿਹਾ, ਉਦੋਂ ਬੋਡੀ ਮੋਸ਼ਨ 'ਚ ਹੈ। ਮੋਸ਼ਨ ਵਾਲੇ ਟਾਈਮ ਤੇ ਬੋਡੀ ਨੂੰ ਬੈਲੈਂਸ ਰੱਖਣਾ ਇਹਨਾਂ ਦਾ ਕੰਮ ਹੈ। ਇਹਦਾ ਹੀਅਰਿੰਗ ਦੇ ਵਿੱਚ ਕੋਈ ਕੰਮ ਨਹੀਂ ਹੈ, ਠੀਕ ਹੈ। ਅੱਗੇ ਪੜ੍ਹਦੇ ਹਾਂ। ਇਹ ਤਾਂ ਨਹੀਂ ਦੱਸਿਆ ਹੋਇਆ, ਬਸ ਇੰਨਾ ਹੀ ਦੱਸਿਆ, ਉਹਦੇ ਲਈ ਤਾਂ ਮੈਡੀਕਲ ਸਾਇੰਸ ਪੜ੍ਹਨੀ ਪਏਗੀ। ਵੈਸਟੀਬਿਊਲ ਇਟ ਇਜ਼ ਅ ਮਿਡਲ ਬੈਗ ਲਾਈਕ ਔਰ ਸੈਕ ਲਾਈਕ ਸਟਰਕਚਰ। ਇਹਨੂੰ 2 ਪਾਰਟਸ 'ਚ ਡਿਵਾਈਡ ਕੀਤਾ ਹੋਇਆ, ਯੂਟ੍ਰੀਕੁਲਸ ਆਪਾਂ ਪਿੱਛੇ ਵੀ ਵਰਡ ਪੜ੍ਹੇ ਤੇ ਸੈਕੂਲਸ। ਈਚ ਕੰਟੇਨਿੰਗ 1 ਸੈਂਸਰੀ ਸਪੋਟ ਔਰ ਸੈਂਸਰੀ ਸੈਲ, ਉਹਨੂੰ ਮੈਕੂਲਾ ਬੋਲਦੇ ਆ। ਹੈਲਪ ਇਨ ਸਟੈਟਿਕ ਇਕੁਇਲਿਬ੍ਰੀਅਮ। ਸਟੈਟਿਕ ਇਕੁਇਲਿਬ੍ਰੀਅਮ ਕੀ ਹੁੰਦਾ ਹੈ, ਜਦੋਂ ਤੁਹਾਡੀ ਬਾਡੀ ਮੂਵ ਨਹੀਂ ਕਰ ਰਹੀ, ਰੈਸਟ ਤੇ ਹੈ, ਤਾਂ ਉਦੋਂ ਬਾਡੀ ਦਾ ਇਕੁਇਲਿਬ੍ਰੀਅਮ ਮੇਨਟੇਨ ਕਰਕੇ ਰੱਖਣਾ ਇਹਦਾ ਕੰਮ ਹੈ। ਜਦੋਂ ਬਾਡੀ ਮੂਵ ਕਰ ਰਹੀ ਹੈ ਤਾਂ ਸੈਮੀ ਸਰਕੂਲਰ ਕੈਨਾਲਸ ਦਾ ਕੰਮ ਹੈ। ਆ ਗਿਆ ਸਮਝ? वो नहीं समझा मैंने। ਵੈਸਟੀਬਿਊਲ एम्पुला ते क्रिस्टा। ਐਂਪੂਲਾ ਦੇਖ, ਜਿਹੜਾ ਤਾਂ ਸੈਮੀ ਸਰਕੂਲਰ ਕੈਨਾਲ ਦੇ ਉੱਪਰ ਸਵੈਲੋਨ ਪਾਰਟ ਹੈ ਉਹਨੂੰ ਐਂਪੂਲਾ ਬੋਲਦੇ ਆ। ਹਰ ਐਂਪੂਲਾ ਦੇ ਵਿੱਚ ਕ੍ਰਿਸਟੇ ਹੁੰਦੇ ਨੇ,
ਉਹ ਕ੍ਰਿਸਟੇ ਕੀ ਕਰਦੇ ਨੇ, ਜਦੋਂ ਤੇਰੀ ਬਾਡੀ ਮੂਵ ਕਰ ਰਹੀ ਹੈ, ਮੂਵ ਕਰਨ ਵੇਲੇ ਇਕੁਲਿਬ੍ਰੀਅਮ ਬਣਾ ਕੇ ਰੱਖਦੇ ਨੇ, ਬਾਡੀ ਬੈਲੈਂਸ। ਤੇ ਜਦੋਂ ਤੇਰੀ ਬਾਡੀ ਮੂਵ ਨਹੀਂ ਕਰ ਰਹੀ, ਸਟੈਟਿਕ ਹੈ, ਤਾਂ ਉਦੋਂ ਜਿਹੜਾ ਬੈਲੈਂਸ ਮੇਨਟੇਨ ਕਰਨਾ ਹੈ ਉਹ ਮੈਕੂਲਾ ਨੇ ਕਰਨਾ ਹੈ। सर ये है कहाँ से ਐਨੇ ਬੜੇ ਬੜੇ ਗ੍ਰੀਨ ਕਲਰ ਦੇ ਬਣੇ ਤਾਂ ਹੋਏ ਨੇ। ਆਖਰੀ ਪਾਰਟ ਦੇਖ ਲਓ, ਕੋਕਲੀਆ। ਕੋਕਲੀਆ ਨੂੰ ਅਗਰ ਤੁਸੀਂ ਈਅਰ 'ਚ ਦੇਖੋਗੇ ਤਾਂ ਐਵੇਂ ਦਾ ਸਨੇਲ ਵਰਗਾ ਹੋਏਗਾ। ਦੇਖੋ, ਸਪਾਇਰਲ ਕੁਆਇਲਡ ਲਾਈਕ ਅ ਸਨੇਲ ਸ਼ੈਲ ਲਿਖਿਆ ਇਹਨਾਂ ਨੇ। 2.5 coils ਹੁੰਦੀਆਂ ਨੇ। ਕੋਕਲੀਆ is divided into 3 horizontal chambers called scale, upper, middle ਤੇ lower. The 3 scale are separated from each other by the 2 membranes, upper and lower. Upper and lower are full with perilymph and middle scale is full of endolymph. ਚਲੋ ਇਹਨੂੰ ਧਿਆਨ ਨਾਲ ਸਮਝਣਾ। ਇਹ ਵਾਲਾ ਪਾਰਟ ਚੋਂ ਕੁਐਸਚਨ ਪੱਕਾ ਹੀ ਆਏਗਾ ਤੁਹਾਡੇ ਪੇਪਰ ਦੇ ਵਿੱਚ। ਮੈਂ ਇੰਨੀ ਦੇਰ ਤੋਂ ਇਹੀ ਵਾਲਾ ਪੈਰਾਗ੍ਰਾਫ ਲੱਭ ਰਿਹਾ ਸੀ, ਇਹਨੂੰ ਧਿਆਨ ਨਾਲ ਸੁਣਨਾ। ਦੇਖੋ, ਜਿਹੜਾ ਕੋਕਲੀਆ ਹੈਗਾ ਉਹਦੇ ਟੋਟਲ 3 ਪਾਰਟ ਨੇ। ਨਹੀਂ, ਦੁਬਾਰਾ ਪੜਨਾ। ਕੋਕਲੀਆ ਇਜ਼ ਡਿਵਾਈਡਡ ਇਨਟੂ 3 horizontal chambers, upper, middle and lower। ਇੰਨਾ ਕਲੀਅਰ ਹੈ? ਫਿਰ ਉਹ ਕਹਿੰਦੇ ਨੇ upper the 3 scale are separated from each other by the 2 membranes। ਉਹ ਜਿਹੜੀਆਂ 3 ਪਾਰਟ ਨੇ ਉਹ 2 ਮੈਂਬਰੇਨਸ ਦੀ ਹੈਲਪ ਨਾਲ ਇੱਕ ਦੂਜੇ ਤੋਂ ਸੈਪਰੇਟ ਕੀਤਾ ਗਿਆ। ਉਹਨਾਂ ਨੂੰ ਆ ਗਿਆ, ਕੋਕਲੀਆ ਦੇ 3 ਪਾਰਟ ਨੇ, 3 ਪਾਰਟਸ ਨੂੰ ਸੈਪਰੇਟ ਰੱਖਣ ਲਈ 2 ਮੈਂਬਰੇਨਸ ਨੇ। ਅੱਗੇ ਪੜੋ। ਉਹ 2 ਮੈਂਬਰੇਨਸ ਅਪਰ ਤੇ ਲੋਅਰ ਮੈਂਬਰੇਨ ਕਹਿਲਾਣਗੇ। ਅਪਰ ਤੇ ਲੋਅਰ ਦੇ ਵਿੱਚ ਜਿਹੜਾ ਫਲੂਇਡ ਹੈ ਉਹਨੂੰ ਬੋਲਦੇ ਆ ਪੈਰੀਲਿੰਫ, ਤੇ ਮਿਡਲ ਸਕੈਲ ਦੇ ਅੰਦਰ ਜਿਹੜਾ ਫਲੂਇਡ ਹੈ ਉਹਨੂੰ ਬੋਲਦੇ ਆ ਐਂਡੋਲਿੰਫ। ਕਹਿੰਦੀ ਇੱਕ ਵਾਰ ਦੁਬਾਰਾ ਸਮਝ ਲੈ, ਕੋਕਲੀਆ ਦੇ 3 ਪਾਰਟ ਹੁੰਦੇ ਨੇ, 3 ਪਾਰਟਸ ਨੂੰ ਸੈਪਰੇਟ ਕਰਨ ਲਈ 2 ਮੈਂਬਰੇਨਸ ਨੇ। ਆ ਗਿਆ ਗੁੰਜਨ ਸਮਝ? 3 ਪਾਰਟ ਨੂੰ ਸੈਪਰੇਟ ਕਰਨ ਲਈ 2 ਮੈਂਬਰੇਨਸ, ਠੀਕ ਹੈ। ਤੇ 2 ਅਪਰ ਤੇ ਲੋਅਰ ਮੈਂਬਰੇਨ ਦੇ ਵਿਚਕਾਰ ਜਿਹੜਾ ਫਲੂਇਡ ਹੈ ਉਸ ਨੂੰ ਪੈਰੀਲਿੰਫ ਬੋਲਦੇ ਆ, ਤੇ ਮਿਡਲ ਵਾਲੇ ਦੇ ਸਕੇਲ ਦੇ ਅੰਦਰ ਜਿਹੜਾ ਫਲੂਇਡ ਹੈ ਉਹਨੂੰ ਐਂਡੋਲਿੰਫ ਬੋਲਦੇ ਆ। ਫਿਰ ਅੱਗੇ ਸਮਝੋ। ਬੈਸਿਲਰ ਮੈਂਬਰੇਨ has got sense organ of hearing known as organ of Corti, spiral organs, consists of 5 longitudinal rows of sensory hair cells। ਇਹਨਾਂ ਦਾ ਕੰਮ ਕੀ ਹੈ? ਸਾਊਂਡ ਸਿਗਨਲ ਨੂੰ ਰਿਸੀਵ ਕਰਨਾ। ਇੱਕ ਵਾਰ ਸਾਊਂਡ ਸਿਗਨਲ ਰਿਸੀਵ ਹੋ ਗਿਆ, ਬਸ ਫਿਰ ਇਸ ਨੂੰ ਇਲੈਕਟ੍ਰੀਕਲ ਸਿਗਨਲ ਚ ਕਨਵਰਟ ਕਰਕੇ ਬ੍ਰੇਨ ਤੱਕ ਛੋੜ ਦਿਓ। ਫਿਰ ਬ੍ਰੇਨ ਦਾ ਕੰਮ ਹੈ, ਉਹ ਦੱਸੇਗਾ ਤੁਸੀਂ ਕੀ ਸੁਣ ਰਹੇ ਹੋ। ਚਲੋ ਹੁਣ ਦੇਖੋ, ਤੁਸੀਂ ਇਕੁਲਿਬ੍ਰੀਅਮ, ਬੈਲੈਂਸਿੰਗ, ਡਾਇਨਾਮਿਕ ਇਕੁਲਿਬ੍ਰੀਅਮ ਪੜਾਂਗੇ ਜਦੋਂ ਰਾਹੁਲ ਤੇਰੀ ਬਾਡੀ ਮੂਵ ਕਰ ਰਹੀ ਹੈ। ਪਹਿਲਾਂ ਤੈਨੂੰ ਇਹ ਸਮਝ ਲੈ ਇੱਕ ਵਾਰ, ਮਿਡਲ ਈਅਰ ਦੇ 3 ਪਾਰਟ ਹੁੰਦੇ ਨੇ, ਅਪਰ ਸਕੇਲ, ਮਿਡਲ ਸਕੇਲ, ਲੋਅਰ ਸਕੇਲ। ਉਹਨਾਂ ਦੇ ਵਿੱਚ 2 ਮੈਂਬਰੇਨਸ ਨੇ। ਦੋਨੋਂ ਮੈਂਬਰੇਨਸ ਦੇ ਵਿਚਕਾਰ ਜਿਹੜਾ ਫਲੂਇਡ ਹੈ ਉਹ ਪੈਰੀਲਿੰਫ ਹੈ। ਮਿਡਲ ਸਕੇਲ ਇੰਡੀਵਿਜੂਅਲੀ ਇੱਕ ਫਲੂਇਡ ਨਾਲ ਫਿਲਡ ਹੈ, ਉਸ ਨੂੰ ਐਂਡੋਲਿੰਫ ਬੋਲਦੇ ਆ। ਇਹਦੇ ਬਾਰੇ ਪੜਨ ਲੱਗੇ ਹੁਣ। ਸੈਮੀ ਸਰਕੂਲਰ ਕੈਨਾਲ ਹੈਲਪ ਇਨ ਡਾਇਨਾਮਿਕ ਇਕੁਲਿਬ੍ਰੀਅਮ। when head turn in different directions, the fluid inside the semicircular canal called endolymph is also shaken। ਸਿਰ ਦੇ ਮੂਵ ਕਰਨ ਨਾਲ ਐਂਡੋਲਿੰਫ ਵੀ ਇੱਧਰ ਉੱਧਰ ਚੱਲਣ ਲੱਗ ਜਾਂਦਾ ਹੈ। Moving fluid pushes against the sensory cells, sending nerve impulse to the brain through the nerves fiber attached to the via the auditory nerves। ਇਹ ਜਦੋਂ ਫਲੂਇਡ ਹਿੱਲੇਗਾ, ਫਲੂਇਡ ਦੀ ਮੂਵਮੈਂਟ ਦੇ ਨਾਲ ਇੱਕ ਸਿਗਨਲ ਜਨਰੇਟ ਹੋਏਗਾ, ਜਿਹੜਾ ਸਿਗਨਲ ਆਡਿਟਰੀ ਨਰਵ ਦੇ ਥਰੂ ਹੀ ਬ੍ਰੇਨ ਤੱਕ ਚਲਾ ਜਾਏਗਾ। ਹੁਣ ਦੇਖੋ, ਤੁਸੀਂ ਕਾਫੀ ਟਾਈਮ ਤੱਕ ਮੈਰੀਗੋ ਰਾਉਂਡ ਤੇ ਬੈਠੇ ਰਹੇ, ਤੁਸੀਂ ਬਾਰ-ਬਾਰ ਹੈਡ ਸ਼ੇਕ ਕਰ ਰਿਹਾ ਸੀ। ਉਸ ਸ਼ੇਕਿੰਗ ਦੇ ਕਾਰਨ ਐਂਡੋਲਿੰਫ ਵੀ ਐਵੇਂ ਅੱਗੇ ਪਿੱਛੇ ਹੋ ਰਿਹਾ। ਆ ਗਿਆ, ਤੁਸੀਂ ਬਾਹਰ ਆ ਗਏ, ਤੁਹਾਡੀ ਬਾਡੀ ਤਾਂ ਰੁਕ ਗਈ, ਲੇਕਿਨ ਉਹ ਅੰਦਰ ਫਲੂਇਡ ਹਾਲੇ ਵੀ ਮੋਸ਼ਨ 'ਚ ਹੈ। ਉਹ ਫਲੂਇਡ ਹਾਲੇ ਵੀ ਮੋਸ਼ਨ 'ਚ ਹੋਣ ਦੇ ਕਾਰਨ ਉਹ ਹਾਲੇ ਵੀ ਬ੍ਰੇਨ ਤੱਕ ਮੈਸੇਜ ਭੇਜੀ ਜਾ ਰਿਹਾ ਮੂਵਮੈਂਟ ਦੇ, ਤਾਂ ਬ੍ਰੇਨ ਨੂੰ ਲੱਗੇਗਾ ਹਾਲੇ ਵੀ ਬਾਡੀ ਮੂਵ ਕਰ ਰਹੀ ਹੈ, ਜਿਸ ਕਰਕੇ ਚੱਕਰ ਆਉਂਦੇ ਨੇ। ਸਮਝ ਆ ਗਿਆ? ਅਗਰ ਤੁਸੀਂ ਲੌਂਗ ਜਰਨੀ ਕਰਕੇ ਆ ਰਹੇ ਹੋ, ਬਹੁਤ ਮਤਲਬ ਪੂਰਾ ਦਿਨ ਹੋ ਗਿਆ ਤੁਹਾਨੂੰ ਡਰਾਈਵ ਕਰਦੇ ਕਰਦੇ, ਇੱਕਦਮ ਤੁਸੀਂ ਬੈੱਡ ਤੇ ਬੈਠੋਗੇ ਨਾ ਆ ਕੇ, ਤੁਹਾਨੂੰ ਹਾਲੇ ਵੀ ਮਹਿਸੂਸ ਹੋਏਗਾ ਵੀ ਹਾਲੇ ਵੀ ਅਸੀਂ ਮੋਸ਼ਨ 'ਚ ਹੈ।
ठीक है 2-3 दिन लगातार ट्रेन च जर्नी करते रहो बॉडी ਨੂੰ ਹਾਲੇ ਵੀ ਲੱਗਦਾ ਵੀ ਹਾਲੇ ਮੋਸ਼ਨ ਚ ਹੈ ਕਿਉਂਕਿ ਉਹ ਜਿਹੜਾ ਐਂਡੋਲਿੰਫ ਹੈ ਉਹ ਹਾਲੇ ਪੂਰੀ ਤਰ੍ਹਾਂ ਰੈਸਟ ਚਾਂਨ ਚ ਉਹਨੂੰ ਥੋੜਾ ਜਿਹਾ ਟਾਈਮ ਲੱਗੂਗਾ 10-15 ਮਿੰਟ ਲੱਗਣਗੇ ਕਿਉਂਕਿ 24 ਘੰਟੇ ਦੀ ਜਰਨੀ ਠੀਕ ਹੈ 15 ਮਿੰਟ ਤੁਹਾਨੂੰ ਇਹ ਫੀਲ ਹੁੰਦਾ ਰਹੇਗਾ ਹਾਲੇ ਅਸੀਂ ਵੀ ਮੋਸ਼ਨ ਚ ਹੀ ਆ ਗਿਆ ਸਮਝ ਇਹ ਇੱਕ ਹੋਰ ਹੈ ਸਟੈਟਿਕ ਇਕੁਇਲਿਬਰੀਅਮ ਯੂਟ੍ਰਿਕੁਲਸ ਸਰ ਇਹ ਜੋ ਤੁਸੀਂ ਕਹਿ ਰਹੇ ਹੋ ਤਾਂ ਸ਼ਿਪ ਦੇ ਵਿੱਚ ਨਹੀਂ ਫੀਲ ਹੁੰਦਾ ਜ਼ਿਆਦਾ ਸ਼ਿਪ ਦੇ ਅੰਦਰ ਤਾਂ ਰਾਹੁਲ ਬਹੁਤ ਜ਼ਿਆਦਾ ਹਾਂ ਜਿਹੜੀ ਸੀ ਸਿਕਨੈਸ ਆਂਦੀ ਹੈ ਨਾ ਉਹ ਇਹਦੇ ਕਰ ਕਿਉਂਕਿ ਸ਼ਿਪ ਜਿੰਨਾ ਹਿਲਦਾ ਉਨਾ ਹੋਰ ਕੋਈ ਟਰਾਂਸਪੋਰਟ ਨਹੀਂ ਹਿਲਦਾ ਹੋਏਗਾ ਠੀਕ ਹੈ ਉਹ ਤਾਂ ਓਸ਼ੀਅਨ ਦੀ ਵੇਵਸ ਦੇ ਉੱਪਰ ਡਿਪੈਂਡ ਕਰਦਾ ਨਾ ਉਹਦੇ ਚ ਕਿਹੜਾ ਸ਼ੌਕਰ ਲੱਗੇ ਹੋਏ ਨੇ ਵੀ ਤੁਹਾਡੀ ਮਤਲਬ ਕਿਹਨੂੰ ਕਹਿੰਦੇ ਜਿਵੇਂ ਕਾਰ ਦੇ ਅੰਦਰ ਤਾਂ ਸ਼ੌਕ ਐਬਜ਼ੌਰਬ ਹੋ ਜਾਏਗਾ ਕਾਰ ਚ ਕਿੰਨਾ ਕੁ ਬੜਾ ਬੰਪ ਆ ਜਾਏਗਾ ਓਸ਼ੀਅਨ ਤਾਂ ਬਹੁਤ ਬੜੇ ਬੰਪਸ ਦਊਗਾ ਤਾਂ ਉਹਦੇ ਕਾਰਨ ਤਾਂ ਇਹ ਜਿਹੜੇ ਲੋਕ ਕੀ ਕਹਿੰਦੇ ਆਪਣਾ ਇਸ ਚੀਜ਼ ਨੂੰ ਮੈਨੇਜ ਨਹੀਂ ਕਰ ਪਾਣਗੇ ਉਹ ਤਾਂ ਵੋਮਿਟ ਹੀ ਕਰਦੇ ਰਹਿੰਦੇ ਨੇ ਉਹਨਾਂ ਨੂੰ ਸੀ ਸਿਕਨੈਸ ਕਹਿੰਦੇ ਆ ਉਹ ਜ਼ਿਆਦਾ ਲੰਬੇ ਟਾਈਮ ਲਈ ਸੀ ਚ ਟਰੈਵਲ ਹੀ ਨਹੀਂ ਕਰ ਪਾਣਗੇ ਠੀਕ ਹੈ ਤਰੁਣ ਤੂੰ ਜਾ ਕੇ ਦੇਖ ਤੂੰ ਕਰ ਪਾਣਾ ਕਿ ਨਹੀਂ ਚਲੋ ਫਿਰ ਠੀਕ ਹੈ ਮੈਂ ਚੈਪਟਰ ਖਤਮ ਠੀਕ ਹੈ ਈਅਰ ਦੇ ਅੰਦਰ ਦੋ ਚੀਜ਼ਾਂ ਨੇ ਹੇਅਰ ਤੇ ਵੈਕਸ ਇਹ ਦੋਨੋਂ ਚੀਜ਼ਾਂ ਕਿਸ ਵਾਸਤੇ ਲੱਗੀਆਂ ਹੋਈਆਂ ਨੇ ਡਸਟ ਪਾਰਟੀਕਲਸ ਨੂੰ ਟਰੈਪ ਕਰਨ ਦੇ ਲਈ ਕਲੀਅਰ ਹੋ ਗਿਆ ਤੁਹਾਨੂੰ ਉਰੇ ਤੱਕ ਇੱਕ ਹੋਰ ਪੜ੍ਹ ਲੈਂਦੇ ਆ ਟਰੰਪੈਨਮ ਫਿਰ ਤੁਸੀਂ ਡਾਊਟਸ ਪੁੱਛ ਲੈਣਾ ਆਪਣੇ ਇਟ ਇਜ਼ ਦਾ ਰਾਉਂਡ ਫਲੈਪ ਆਫ ਦਾ ਡਾਇਆਮੀਟਰ ਆਫ ਦਾ ਪੈਨਸਿਲ ਠੀਕ ਹੈ ਮਤਲਬ ਇਸ ਮਾਰਕਰ ਤੋਂ ਤਾਂ ਪੈਨਸਿਲ ਬਹੁਤ ਛੋਟੀ ਹੁੰਦੀ ਹੈ ਪਤਲੀ ਹੁੰਦੀ ਹੈ ਇਸ ਤੋਂ ਵੀ ਪਤਲਾ ਈਅਰ ਡਰਮ ਆਪਣੇ ਕੋਲ ਹੈਗਾ ਠੀਕ ਹੈ ਪਤਲਾ ਨਹੀਂ ਛੋਟੇ ਡਾਇਆਮੀਟਰ ਵਾਲਾ ਥਿਕਨੈਸ ਤਾਂ ਕੁਝ ਹੋਰ ਹੋਏਗੀ ਫੰਕਸ਼ਨ ਆਫ ਈਅਰ ਡਰਮ ਕੀ ਹੈ ਈਅਰ ਡਰਮ ਦਾ ਕੀ ਫੰਕਸ਼ਨ ਹੈ ਜਿਹੜਾ ਸਾਊਂਡ ਵੇਵਸ ਇਧਰੋਂ ਦੀ ਸਾਊਂਡ ਵੇਵ ਆਈ ਇਧਰੋਂ ਦੀ ਗਈ ਈਅਰ ਡਰਮ ਵਾਈਬ੍ਰੇਟ ਹੋਏਗਾ ਵਾਈਬ੍ਰੇਸ਼ਨ ਦੇ ਮਤਲਬ ਇਹਨੇ ਸਾਊਂਡ ਸਿਗਨਲ ਰਿਸੀਵ ਕੀਤਾ ਇਹ ਸਾਊਂਡ ਸਿਗਨਲ ਨੂੰ ਅੱਗੇ ਮਿਡਲ ਈਅਰ ਤੱਕ ਇਹਨੇ ਟ੍ਰਾਂਸਫਰ ਕਰਨੀ ਹੈ ਇਨ ਦਾ ਫਾਰਮ ਆਫ ਵਾਈਬ੍ਰੇਸ਼ਨਸ ਠੀਕ ਹੈ ਹੁਣ ਪਹਿਲਾਂ ਤੁਸੀਂ ਆਪਣੇ ਉਰੇ ਤੱਕ ਡਾਊਟ ਪੁੱਛ ਲਓ